सतनाम वाहेगुरु साहिब जी। एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद। जप आद सच जुगाद सच है भी सच नानक होसी भी सच। आद सच जुगाद सच है भी सच नानक होसी भी सच। वाहिगुरु जी का खालसा वाहिगुरु जी की फतेह। परम सन्मानयोग सतगुरु महाराज दी साजी नवाजी हुई गुरु खालसा साध संगत जीओ, आप संगतां वडभागी हो जो सतगुरु दे पावन पवित्र दर्शन दीदारे कर रहे हो। सतगुरु दी पावन बाणी दा फरमान है, दर्शन को लोचै सब कोई पूरै भाग प्राप्त होई। चाहुंदा ते हर कोई है कि मैं सतगुरु दे दर्शन दीदार करां। क्यों? सतगुरु दी महिमा अपरपार है। जदों आपां सतगुरु दी पवित्र बाणी पढ़दे हां, मेरा बैद गुरु गोबिंदा हर हर नाम औखद मुख देवै काटै जम की फंदा। गुरु अजिहे वैद हन, अजिहे डॉक्टर हन जो शरीर दे रोगां नूं भी नाश करदे हन ते ਜਿਹੜੇ ਮਾਨਸਿਕ ਰੋਗ ਹਨ, ਜਿਨ੍ਹਾਂ ਦਾ ਕਿਸੇ ਦੁਨਿਆਵੀ ਡਾਕਟਰ ਦੇ ਪਾਸ ਕੋਈ ਦਵਾ ਦਾਰੂ ਨਹੀਂ ਹੋ ਸਕਦਾ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਾਨਸਿਕ ਰੋਗਾਂ ਨੂੰ ਵੀ ਦੂਰ ਕਰਦੇ ਹਨ। ਇਸੇ ਲਈ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਸਤਿਗੁਰ ਪੂਰਾ ਵੈਦ ਹੈ ਪੰਜੇ ਰੋਗ ਅਸਾਧ ਨਿਵਾਰੇ। ਸਤਿਗੁਰੂ ਪੂਰੇ ਵੈਦ ਹਨ ਜਿਨ੍ਹਾਂ ਨੇ ਪੰਜ ਅਸਾਧ ਰੋਗ ਕਾਮ ਕ੍ਰੋਧ ਲੋਭ ਮੋਹ ਹੰਕਾਰ ਅਥਵਾ ਪੰਜ ਵਿਸ਼ੇ ਸ਼ਬਦ ਸਪਰਸ ਰੂਪ ਰਸ ਗੰਧ, ਇਹਨਾਂ ਭਿਆਨਕ ਮਾਨਸਿਕ ਰੋਗਾਂ ਨੂੰ ਵੀ ਨਾਸ਼ ਕਰਦੇ ਹਨ। ਜਦੋਂ ਆਪਾਂ ਸਤਿਗੁਰੂ ਦੀ ਮਹਿਮਾ ਸੁਣਦੇ ਹਾਂ, ਸਰਬ ਸੁੱਖਾਂ ਕਾ ਦਾਤਾ ਸਤਿਗੁਰ ਤਾਕੀ ਸਰਣੀ ਪਾਈਐ, ਦਰਸ਼ਨ ਭੇਟਤ ਹੋਤ ਆਨੰਦਾ ਦੁਖ ਗਿਆ ਹਰ ਗਾਈਐ। ਸਾਡੇ ਮਨ ਦੇ ਵਿੱਚ ਗੁਰੂ ਦੇ ਦਰਸ਼ਨਾਂ ਦੀ ਤਾੜੋ ਪੈਦਾ ਹੁੰਦੀ ਹੈ। ਜਿਤੜੇ ਫਲ ਮਨ ਬਾਂਛੀਐ ਤਿਤੜੇ ਸਤਿਗੁਰ ਪਾਸ, ਪੂਰਬ ਲਿਖੇ ਪਾਵਨੇ ਸਾਚ ਨਾਮ ਦੇ ਰਾਸ। ਜਿਨ੍ਹਾਂ ਫਲਾਂ ਦੀ ਅਸੀਂ ਇੱਛਾ ਰੱਖਦੇ ਹਾਂ, ਸਤਿਗੁਰੂ ਦੇ ਕੋਲ ਸਾਰੇ ਹੀ ਉਹ ਪਦਾਰਥ ਨੇ। ਜਦੋਂ ਕੋਈ ਵੀ ਗੁਰਸਿੱਖ ਮਾਈ ਪਾਈ ਸਤਿਗੁਰੂ ਦੇ ਚਰਨਾਂ ਦੇ ਵਿੱਚ ਆ ਕੇ ਅਰਜ਼ੋਈਆਂ ਕਰਦਾ ਹੈ, ਜੋਦੜੀਆਂ ਕਰਦਾ ਹੈ, ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ। ਜੋ ਮੰਗਾ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਡੇ ਤੇ ਮਹਾਨ ਪਰਉਪਕਾਰ ਕੀਤੇ ਹਨ। ਸਭ ਤੋਂ ਵੱਡਾ ਪਰਉਪਕਾਰ ਸਤਿਗੁਰੂ ਦਾ ਇਹ ਹੈ,
ਜੋ ਪਾਵਨ ਅੰਮ੍ਰਿਤ ਰੂਪ ਬਾਣੀ ਦਾ ਅਮੋਲਕ ਖਜ਼ਾਨਾ ਸਾਡੀ ਝੋਲੀ ਵਿੱਚ ਪਾਇਆ ਹੈ। ਔਰ ਇਹ ਖਜ਼ਾਨਾ ਇੰਨਾ ਕੀਮਤੀ ਹੈ ਜਿਸ ਦਾ ਸਦਕਾ ਸਿੱਖ ਕੌਮ ਇੱਕ ਮਹਾਨ ਸਰਦਾਰਾਂ ਦੀ ਕੌਮ ਬਣ ਗਈ। ਔਰ ਇਸ ਦਾ ਵਿਰਸਾ ਬਹੁਤ ਵਡਮੁੱਲਾ ਹੈ। ਸਾਰੀਆਂ ਬਖਸ਼ਾਂ ਇਹ ਸਤਿਗੁਰੂ ਦੀਆਂ ਹਨ। ਠੀਕ ਹੈ, ਭਾਵੇਂ ਗੁਰਬਾਣੀ ਦਾ ਅਮੋਲਕ ਖਜ਼ਾਨਾ ਸਾਡੇ ਪਾਸ ਸਤਿਗੁਰੂ ਦੀ ਬਖਸ਼ਿਸ਼ ਮੌਜੂਦ ਹੈ, ਪਰ ਜਿੰਨਾ ਚਿਰ ਤੱਕ ਅਸੀਂ ਇਸ ਨੂੰ ਘੋਖਦੇ ਨਹੀਂ, ਵਿਚਾਰਦੇ ਨਹੀਂ, ਖੋਜਦੇ ਨਹੀਂ, ਪਰਖਦੇ ਨਹੀਂ, ਉਹਨਾਂ ਚਿਰ ਤੱਕ ਸਾਨੂੰ ਇਹਨਾਂ ਹੀਰੇ ਲਾਲਾਂ ਦਾ, ਇਹਨਾਂ ਰਤਨਾਂ ਜਵਾਹਰਾਤਾਂ ਦਾ ਗਿਆਨ ਨਹੀਂ ਪ੍ਰਾਪਤ ਹੋ ਸਕਦਾ। ਸਾਡੀ ਗੱਲ ਤੇ ਕੁਝ ਇਸ ਤਰ੍ਹਾਂ ਦੀ ਬਣੀ ਹੋਈ ਹੈ। ਕਿਸੇ ਵਿਦਵਾਨ ਨੇ ਇੱਕ ਬੜੀ ਸੁੰਦਰ ਉਦਾਹਰਣ ਦਿੱਤੀ। ਇਹ ਕੋਈ ਸ਼ਾਹੂਕਾਰ ਸੀ, ਉਸਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਮਿਹਨਤ ਕੀਤੀ ਤੇ ਬਹੁਤ ਸਾਰੀ ਧਨ ਦੌਲਤ ਇਕੱਠੀ ਕੀਤੀ ਤੇ ਸਾਰੀ ਉਹ ਧਨ ਦੌਲਤ ਇਕੱਠੀ ਕਰਕੇ ਉਸਨੇ ਆਪਣੇ ਸੰਦੂਕ ਦੇ ਵਿੱਚ ਸੰਭਾਲ ਕੇ ਰੱਖ ਲਈ ਔਰ ਕਿਸੇ ਨੂੰ ਵੀ ਨਾ ਦੱਸਿਆ। ਜਦੋਂ ਉਹ ਸ਼ਾਹੂਕਾਰ ਬਿਰਧ ਹੋਇਆ, ਵੱਡੀ ਉਮਰ ਹੋ ਗਈ, ਤਾਂ ਉਸਨੇ ਆਪਣੇ ਪੁੱਤਰਾਂ ਨੂੰ ਆਪਣੇ ਕੋਲ ਬੁਲਾਇਆ ਤੇ ਬੜੇ ਪਿਆਰ ਦੇ ਨਾਲ ਕਹਿਣ ਲੱਗਾ, ਦੇਖੋ ਤੁਸੀਂ ਮੇਰੇ ਪੁੱਤਰ ਹੋ, ਮੈਂ ਇੱਕ ਨਿਸ਼ਾਨੀ, ਇੱਕ ਯਾਦਗਾਰ, ਇੱਕ ਵਿਰਾਸਤ ਤੁਹਾਨੂੰ ਦੇ ਕੇ ਜਾਣਾ ਚਾਹੁੰਦਾ ਹਾਂ। ਆਹ ਇੱਕ ਮੇਰਾ ਸੰਦੂਕ ਹੈ, ਇਹ ਮੇਰੀ ਇੱਕ ਯਾਦਗਾਰ ਹੈ, ਇਹ ਇੱਕ ਮਹਾਨ ਵਿਰਾਸਤ ਹੈ। ਤੁਸੀਂ ਇਸ ਨੂੰ ਸੰਭਾਲ ਕੇ ਰੱਖਣਾ ਤੇ ਸੰਭਾਲ ਕੇ ਸੰਜਮ ਦੇ ਨਾਲ ਇਸ ਨੂੰ ਵਰਤਣਾ। ਇੰਨੀ ਗੱਲ ਕਹਿ ਕੇ ਉਹ ਸ਼ਾਹੂਕਾਰ ਚਲਾਣਾ ਕਰ ਗਿਆ। ਜਦੋਂ ਸ਼ਾਹੂਕਾਰ ਚਲਾਣਾ ਕਰ ਗਿਆ, ਜਿਹੜੇ ਇਸ ਦੇ ਪੁੱਤਰ ਸਨ ਉਹਨਾਂ ਨੇ ਆਪਸ ਵਿੱਚ ਬੈਠ ਕੇ ਵਿਚਾਰ ਕੀਤੀ ਬਈ ਸਾਡਾ ਬਜ਼ੁਰਗ ਇੱਕ ਆਪਣੀ ਨਿਸ਼ਾਨੀ ਸਾਨੂੰ ਦੇ ਗਿਆ ਹੈ ਔਰ ਉਹ ਹੈ ਸੰਦੂਕ। ਉਸਨੇ ਆਖਿਆ ਸੀ ਕਿ ਇਹਦੀ ਸੰਭਾਲ ਕਰਨੀ ਹੈ ਤੇ ਸਾਨੂੰ ਸਾਰਿਆਂ ਨੂੰ ਉਹਦੀ ਸੰਭਾਲ ਕਰਨੀ ਚਾਹੀਦੀ ਹੈ। ਉਹਨਾਂ ਨੇ ਉਸ ਸੰਦੂਕ ਨੂੰ ਇੱਕ ਕਮਰੇ ਦੇ ਵਿੱਚ ਟਿਕਾ ਕੇ ਰੱਖਿਆ ਔਰ ਉਹਦੀ ਸੇਫਟੀ ਵਾਸਤੇ ਆਲੇ ਦੁਆਲੇ ਕੱਪੜਾ ਵੀ ਪਾਇਆ ਅਤੇ ਹਰ ਰੋਜ਼ ਸਵੇਰੇ ਉੱਠਿਆ ਕਰਨ ਆਪਣੇ ਪਿਤਾ ਦੀ ਨਿਸ਼ਾਨੀ ਸਮਝ ਕੇ ਰੋਜ਼ ਉਸ ਨੂੰ ਨਮਸਕਾਰ ਵੀ ਕਰਿਆ ਕਰਨ ਅਤੇ ਨਾਲ ਹੀ ਧੂਪ ਵੀ ਤੁਖਾਇਆ ਕਰਨ। ਇਸ ਤਰ੍ਹਾਂ ਉਹਨਾਂ ਨੇ ਆਪਣੇ ਪਿਤਾ ਦੀ ਉਸ ਨਿਸ਼ਾਨੀ ਦੀ, ਉਸ ਯਾਦਗਾਰ ਦੀ ਬੜੀ ਸੰਭਾਲ ਕੀਤੀ। ਇੱਕ ਦਿਨ ਐਸਾ ਆਇਆ, ਇਹਨਾਂ ਦੇ ਘਰ ਦੇ ਵਿੱਚ ਗਰੀਬੀ ਆ ਗਈ ਔਰ ਇਹਨਾਂ ਨੂੰ ਆਪਣੀ ਰੋਜ਼ ਦੀ ਰੋਟੀ ਰੋਜ਼ੀ ਦਾ ਫਿਕਰ ਪੈ ਗਿਆ। ਕਦੇ ਇੱਕ ਡੰਗ ਪ੍ਰਸ਼ਾਦਾ ਪੱਕੇ, ਦੂਸਰੇ ਡੰਗ ਭੁੱਖੇ ਰਹਿਣਾ ਪਵੇ। ਜਦੋਂ ਇਹਨਾਂ ਦੀ ਇਹ ਹਾਲਤ ਹੋਈ, ਨਾ ਕਿਸੇ ਨੂੰ ਸ਼ਰਮ ਦੇ ਮਾਰੇ ਦੱਸਣ, ਕਿਉਂਕਿ ਇਹਨਾਂ ਦਾ ਪਿਤਾ ਬੜਾ ਧਨਾੜ ਸੀ, ਲੋਕਾਂ ਦੇ ਵਿੱਚ ਬੜਾ ਉਸਦਾ ਨਾਂ ਬਣਿਆ ਹੋਇਆ ਸੀ, ਪਰ ਹੁਣ ਉਸਦੇ ਪੁੱਤਰ ਭੁੱਖੇ ਮਰਨ ਲੱਗੇ। ਇਹਨਾਂ ਨੂੰ ਬੜੀ ਸ਼ਰਮ ਆਵੇ ਕਿ ਅਸੀਂ ਆਪਣੀ ਗੱਲ ਕਿਸ ਨੂੰ ਦੱਸੀਏ। ਆਖਰ ਇੱਕ ਇਹਨਾਂ ਦੇ ਪਿਤਾ ਦਾ ਦੋਸਤ ਸੀ ਜਿਸ ਦੇ ਨਾਲ ਇਹਨਾਂ ਦਾ ਪਿਤਾ ਹਰ ਦਿਲ ਦੀ ਗੱਲ ਸਾਂਝੀ ਕਰਦਾ ਸੀ। ਇਹਨਾਂ ਨੇ ਉਹਨੂੰ ਆਪਣੇ ਪਾਸ ਬੁਲਾਇਆ, ਕਹਿਣ ਲੱਗੇ ਬਈ ਸਾਡੇ ਤੇ ਆ ਮੁਸੀਬਤ ਦਾ ਸਮਾਂ ਆ ਕੇ ਬਣਿਆ, ਸਾਡੇ ਪਿਤਾ ਜੀ ਚਲਾਣਾ ਕਰ ਗਏ ਔਰ ਉਹਨਾਂ ਨੇ ਇੱਕ ਆਪਣੀ ਨਿਸ਼ਾਨੀ, ਇੱਕ ਯਾਦਗਾਰ, ਇੱਕ ਵਿਰਾਸਤ ਸਾਨੂੰ
ਬਖਸ਼ਿਸ਼ ਕੀਤੀ ਹੈ। ਅਸੀਂ ਰੋਜ਼ ਉਸ ਦੀ ਪੂਜਾ ਕਰਦੇ ਹਾਂ, ਧੂਪ ਦਿਖਾਉਂਦੇ ਹਾਂ, ਮੱਥਾ ਟੇਕਦੇ ਹਾਂ, ਪਰ ਸਾਡੇ ਘਰ ਦੇ ਵਿੱਚ ਬੜੀ ਗਰੀਬੀ ਆ ਗਈ ਹੈ, ਕੋਈ ਇਸ ਦਾ ਹੱਲ ਦੱਸੋ। ਤਾਂ ਉਹ ਸਿਆਣਾ ਮਿੱਤਰ ਕਹਿਣ ਲੱਗਾ, ਬਈ ਤੁਹਾਡੇ ਪਿਤਾ ਨੇ ਜੋ ਤੁਹਾਨੂੰ ਨਿਸ਼ਾਨੀ ਦਿੱਤੀ ਹੈ, ਜੋ ਵਿਰਾਸਤ ਦਿੱਤੀ ਹੈ, ਉਹ ਹੈ ਕੀ ਚੀਜ਼? ਕਹਿੰਦੇ ਉਹ ਇੱਕ ਸੰਦੂਕ ਹੈ। ਉਹ ਕਹਿਣ ਲੱਗਾ, ਤੁਸੀਂ ਕਦੇ ਉਸ ਨੂੰ ਖੋਲ੍ਹ ਕੇ ਵੀ ਦੇਖਿਆ? ਉਹ ਕਹਿੰਦੇ ਨਹੀਂ, ਇਹ ਤੇ ਸਾਡੇ ਮਨ ਦੇ ਵਿੱਚ ਖਿਆਲ ਹੀ ਨਹੀਂ ਆਇਆ। ਉਹ ਕਹਿਣ ਲੱਗਾ, ਚਲੋ ਤੁਸੀਂ ਉਸ ਨੂੰ ਖੋਲ੍ਹ ਕੇ ਤਾਂ ਦੇਖੋ। ਜਦੋਂ ਉਹਨਾਂ ਖੋਲ੍ਹ ਕੇ ਦੇਖਿਆ, ਉਹਦੇ ਵਿੱਚ ਤਾਂ ਬਹੁਤ ਕੀਮਤੀ ਦੌਲਤ ਭਰੀ ਹੋਈ ਸੀ। ਹੀਰੇ ਰਤਨ ਜਵਾਹਰਾਤ ਉਸ ਦੇ ਵਿੱਚ ਭਰੇ ਹੋਏ ਸਨ। ਵੇਖ ਕੇ ਬੜੇ ਹੈਰਾਨ ਹੋਏ, ਖੁਸ਼ੀ ਦੀ ਕੋਈ ਹੱਦ ਨਾ ਰਹੀ। ਤੇ ਉਹਨਾਂ ਨੇ ਉਸ ਬਜ਼ੁਰਗ ਦਾ ਧੰਨਵਾਦ ਕੀਤਾ। ਕਹਿਣ ਲੱਗੇ, ਅਸੀਂ ਤੇ ਸ਼ਾਹ ਦੇ ਪੁੱਤਰ ਹੋ ਕੇ ਗਰੀਬ ਹੋ ਗਏ ਸਾਂ, ਪਰ ਤੂੰ ਸਾਡੇ ਤੇ ਬਹੁਤ ਵੱਡਾ ਅਹਿਸਾਨ ਕੀਤਾ ਹੈ। ਤੂੰ ਸਾਨੂੰ ਫਿਰ ਆਪਣੀ ਵਿਰਾਸਤ ਦਾ ਅਹਿਸਾਸ ਕਰਵਾਇਆ ਹੈ। ਅਸੀਂ ਗਰੀਬ ਤੋਂ ਫਿਰ ਅਮੀਰ ਹੋ ਗਏ ਹਾਂ। ਇਹ ਤੇਰੀ ਬਹੁਤ ਵੱਡੀ ਸਾਡੇ ਤੇ ਅਹਿਸਾਨਮੰਦੀ ਹੈ। ਉਹ ਬਜ਼ੁਰਗ ਆਪਣੇ ਘਰ ਚਲਾ ਗਿਆ ਔਰ ਇਹਨਾਂ ਨੇ ਉਹ ਸਾਰੀ ਪਿਤਾ ਦੀ ਦੌਲਤ ਨੂੰ ਚਾਰੇ ਭਰਾਵਾਂ ਨੇ ਤਕਸੀਮ ਕੀਤਾ ਔਰ ਉਸ ਧਨ ਦੌਲਤ ਦੇ ਨਾਲ ਇਹ ਚਾਰੇ ਹੀ ਮਾਲਾ ਮਾਲ ਹੋ ਗਏ ਔਰ ਇਹਨਾਂ ਦੇ ਕਾਰੋਬਾਰ ਵੀ ਵਧੀਆ ਚੱਲਣ ਲੱਗ ਪਏ। ਆਪ ਵੀ ਸੁਖੀ ਹੋ ਗਏ, ਸਾਰਾ ਪਰਿਵਾਰ ਤੇ ਸੰਤਾਨ ਵੀ ਸੁਖੀ ਹੋ ਗਈ। ਇਸ ਢੰਗ ਦੇ ਨਾਲ ਇਹਨਾਂ ਨੇ ਆਪਣੇ ਪਿਤਾ ਦੀ ਵਿਰਾਸਤ ਨੂੰ ਜਦੋਂ ਵੇਖਿਆ ਤੇ ਹੈਰਾਨ ਹੋਏ। ਇਹ ਇੱਕ ਉਦਾਹਰਣ ਹੈ। ਇਸੇ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ 10 ਜਾਮੇ ਧਾਰਨ ਕਰਕੇ ਸਾਡੇ ਤੇ ਮਹਾਨ ਪਰਉਪਕਾਰ ਕੀਤਾ ਹੈ। ਸਭ ਤੋਂ ਵੱਡੀ ਸਤਿਗੁਰੂ ਦੀ ਬਖਸ਼ਿਸ਼ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਹੈ। ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ RAM, ਬਾਣੀ ਗੁਰਬਾਣੀ ਲਾਗੇ 3 ਹੱਥ ਚੜਿਆ RAM। ਔਰ ਸਾਨੂੰ ਸਤਿਗੁਰੂ ਇਹ ਇੱਕ ਆਪਣੀ ਯਾਦਗਾਰੀ ਵਿਰਾਸਤ, ਇਹ ਇੱਕ ਨਿਸ਼ਾਨੀ, ਇਹ ਇੱਕ ਅਮੋਲਕ ਖਜ਼ਾਨਾ ਸਾਨੂੰ ਬਖਸ਼ਿਸ਼ ਕਰ ਗਏ ਹਨ। ਔਰ ਅਸਾਂ ਨੂੰ ਇਹ ਵੀ ਹੁਕਮ ਕੀਤਾ ਹੈ ਬਈ ਤੁਸਾਂ ਇਸ ਨੂੰ ਸੰਭਾਲ ਕੇ ਰੱਖਣਾ ਹੈ, ਇਹਦੀ ਹਿਫਾਜ਼ਤ ਕਰਨੀ ਹੈ। ਅਸੀਂ ਇੱਥੋਂ ਤੱਕ ਤਾਂ ਸਤਿਗੁਰੂ ਦੇ ਬਚਨਾਂ ਨੂੰ ਯਾਦ ਕੀਤਾ ਹੈ। ਹਰ ਸਿੱਖ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਆ ਕੇ ਨਮਸਕਾਰ ਵੀ ਕਰਦਾ ਹੈ, ਰੁਮਾਲੇ ਵੀ ਭੇਟ ਕਰਦਾ ਹੈ, ਧੂਪ ਵੀ ਦਿਖਾਉਂਦਾ ਹੈ, ਹੋਰ ਸੇਵਾ ਸਤਿਕਾਰ ਜਿੰਨਾ ਵੀ ਹੁੰਦਾ ਕਰਦਾ ਹੈ। ਪਰ ਇਹ ਸਾਰਾ ਕੁਝ ਹੁੰਦਿਆਂ ਹੋਇਆਂ ਅਸੀਂ ਇਸ ਖਜ਼ਾਨੇ ਨੂੰ ਹਾਲੇ ਤੱਕ ਵੇਖਿਆ ਨਹੀਂ ਕਿ ਇਹ ਖਜ਼ਾਨਾ ਕਿੰਨਾ ਅਮੋਲਕ ਹੈ। ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ। ਉੱਤਮ ਸ਼ਲੋਕ ਸਾਧ ਕੇ ਬਚਨ ਅਮਲੀਕ ਲਾਲ ਇਹ ਰਤਨ। ਇਹ ਬੜਾ ਕੀਮਤੀ ਖਜ਼ਾਨਾ ਹੈ, ਪਰ ਅਸੀਂ ਇਸ ਨੂੰ ਦੇਖਿਆ ਨਹੀਂ, ਇਸ ਦੀ ਕਦਰੋ ਕੀਮਤ ਨੂੰ ਸਮਝਿਆ ਨਹੀਂ। ਇਸੇ ਕਰਕੇ ਅਸੀਂ ਰਾਜਿਆਂ ਦੇ ਪੁੱਤਰ ਹੋ ਕੇ, ਪਾਤਸ਼ਾਹ ਦੇ ਪੁੱਤਰ ਹੋ ਕੇ ਕੰਗਾਲ ਹੋਏ ਫਿਰਦੇ ਹਾਂ, ਜਿਵੇਂ ਕਿ ਸਾਡੇ ਕੋਲੇ ਕੁਝ ਵੀ ਨਾ ਹੋਵੇ। ਇਸੇ ਲਈ ਇਸ ਭੁਲੇਖੇ ਦਾ ਸ਼ਿਕਾਰ ਹੋ ਕੇ ਬਹੁਤ ਸਾਰੇ ਜਿਹੜੇ ਗੁਰੂ ਨਾਨਕ ਨਾਮ ਲੇਵਾ ਸਿੱਖ ਬੱਚੇ ਬੱਚੀਆਂ ਹਨ, ਉਹ ਆਪਣੇ ਵਿਰਸੇ ਨੂੰ ਨਾ ਜਾਣਦੇ ਹੋਏ, ਇਸ ਖਜ਼ਾਨੇ ਨੂੰ ਨਾ ਜਾਣਦੇ ਹੋਏ, ਔਰ ਉਹ ਆਪਣੇ ਘਰ ਨੂੰ ਛੱਡ ਕੇ ਹੋਰ ਪਾਸੇ ਵੀ ਤੁਰੇ ਜਾ ਰਹੇ ਨੇ। ਕੋਈ ਕਿਸੇ ਦੂਸਰੇ ਧਰਮ ਨੂੰ ਅਡਾਪਟ ਕਰ ਰਿਹਾ ਹੈ, ਕੋਈ ਆਪਣੇ ਧਰਮ ਨੂੰ ਛੱਡ ਕੇ ਦੂਸਰੇ ਧਰਮ ਦੇ ਵਿੱਚ ਪ੍ਰਵੇਸ਼ ਕਰ ਰਿਹਾ ਹੈ। ਇਸ ਦਾ ਇੱਕੋ ਇੱਕ ਕਾਰਨ ਹੈ ਕਿ ਅਸੀਂ ਆਪਣੇ ਇਸ ਕੀਮਤੀ ਵਿਰਸੇ ਨੂੰ ਸੰਭਾਲਿਆ ਜ਼ਰੂਰ ਹੈ, ਪਰ ਅਸੀਂ ਇਸ ਨੂੰ ਨੇੜਿਓਂ ਹੋ ਕੇ ਤੱਕਿਆ ਨਹੀਂ ਹੈ ਕਿ ਇਹ ਖਜ਼ਾਨਾ ਕਿੰਨਾ ਅਮੋਲਕ ਹੈ। ਭਾਈ, ਜਦੋਂ ਕੋਈ ਗੁਰੂ ਦਾ ਪਿਆਰਾ ਇਸ ਗੁਰਬਾਣੀ ਦੇ ਬਾਰੇ ਤੁਹਾਨੂੰ ਆ ਕੇ ਸਮਝਾਉਂਦਾ ਹੈ
कि सतगुरु का एक एक बचन तुरकी बाणी का एक बड़ा कीमती रतन है, तो जे कोई उसनूं पल्ले बन लवे वो माला माल हो जाता है। तो सानू समझ आउंदी है साडे पिता दी यादगार, पिता दी विरासत बड़ी अमोलक है, पर असीं हुण तक इसनूं परखिया ही नहीं, इसनूं निरखिया ही नहीं, इसनूं खोजिया ही नहीं। ते जिवें जिवें कोई गुरसिख माई पाई इस खजाने की घोख करता है, खोज करता है, तो उसनूं पता लगता है कि साडा विरसा कितना अमोलक है। धन गुरु अर्जन देव महाराज के पवित्र बचन हैं, पीऊ दादे का खोल डिठा खजाना, ता मेरा मन भया निदाना, रतन लाल जाका कशु न मोल, परे भंडार अखूट अतोल, खावै है खर्चा है रल मिल भाई, टोट न आवै वध दो जाई। ये ऐसा खजाना है जे सारी कौम से कौम भी इसनूं वरतना शुरू कर देवे, ये मुकण वाला नहीं है। ते जे सारी दुनिया, सारी मनुखता इस खजाने की वरतों करनी भी शुरू कर देवे, तां भी ये खजाना मुकण वाला नहीं है, क्योंकि जिमें जिमें इसनूं वरत्या जावे ये तो होर वाधा है। इसलिए ये इन्नी अमोलक दात सतगुरु महाराज ने सानू बख्शिश की है कि असीं इसनूं रुमालियां दे विच संभाल के ते रखिया है, मत्था भी टेकदे हां, सत्कार भी करदे हां, पर कदे इस खजाने नूं नेड़ियों हो के देखण दा भी यतन कीता है। ते जदों असीं नेड़े हो के देखण दा यतन करदे हां, जिवें सतगुरु ने साडे तुहाडे ते रहमत कीती है, असीं इस कीमती खजाने नूं अंदरों वेखण दा यतन कर रहे हैं, ते फिर सानू पता लगेगा कि साडे ते किड्डी वड्डी गुरु दी बख्शिश है। धन गुरु अर्जन देव महाराज सच्चे पातशाह ने साहिब श्री गुरु ग्रंथ साहिब जी की पावन बाणी की बीड़ तैयार की, जिसका 400 साला पहला प्रकाश पुरब बड़े प्यार ते उत्साह ते धूम धाम दे नाल सिख कौम ने मनाया है। पर हाले भी जिहड़ा एक कीमती खजाना है, एक कीमती विरसा है, इनू संभालण दी भी लोड़ है, ते इनू देखण दी भी लोड़ है, ते नाल इसनू वरतन दी भी लोड़ है। असी संभालिया जरूर है, ना इसनू असी कदी वेखदे हां ते ना ही कदी इनू वरतन दा यतन करदे हां। इनू वरतना भी चाहिए, क्योंकि साडे मन दे विच खदशा हुंदा है किधरे वरतन दे नाल खजाना मुक ना जावे, पर नहीं, सतगुरु दे बचन ने, सतगुरु दी आसीस है, इहो तन अखुट नान खुटै ना जाए, पूरा सतगुर दिया दिखाए। ये पूरे सतगुरु ने ऐसा अमोलक खजाना सानू बख्शिश किया है। बाकी ते धन मुक सकते ने, पर यह नाम का खजाना, बाणी का खजाना, शब्द का खजाना, ये कदे मुकण वाला नहीं है। एक बार सचखंड वासी पंथ रतन श्रीमान संत बाबा सुंदर सिंह जी खालसा पिंडरां वाले महापुरखों के पास किसी प्रेमी ने सवाल किया। कहन लगा, सच्चे पातशाह, जिवें आप जी गुरबाणी की कथा करते हो, गुरु का उपदेश, गुरु के बचन संगतां नूं सरवण करवाउंदे हो, ते गुरसिख का जो असली जीवन है उहदे बारे चानना पाउंदे हो। जो सास ग्रास ध्याए मेरा हर हर, सो गुरसिख गुरु मन भावै। भी जे ये सतगुरु के बचनां ते सारे ही अमल करन लग जाण, सारे गुरसिख ते सारे मनुख, सारी दुनिया सवास ग्रास वाहिगुरु का सिमरन करना शुरू कर देवे, ते काम धंधे सारे छड्ड देण, ते फिर उन्हां दा रोजी रोटी का बंदोबस्त कौन करेगा। महापुरख ये सवाल सुन के बहुत प्रसन्न होए। कहन लगे, भाई ये जिहड़ी सतगुरु की अमोलक बाणी है, इहदे विच हर प्रश्न का उत्तर, हर सवाल का जवाब सतगुरु ने पहला ही दिता होया, और जिन्ना चिर तक दुनिया रहेगी हर सवाल का जवाब इहदे विचों मिलदा ही रहेगा। जिहड़ा सवाल तू कीता है
ਵੀ ਜੇ ਸਾਰੀ ਦੁਨੀਆ ਕੰਮ ਧੰਦੇ ਛੱਡ ਕੇ ਵਾਹਿਗੁਰੂ ਦਾ ਨਾਮ ਜਪਣਾ ਸ਼ੁਰੂ ਕਰ ਦੇਵੇ ਤੇ ਉਹਨਾਂ ਨੂੰ ਖਾਣ ਪੀਣ ਦੇ ਲਈ ਕੌਣ ਦੇਵੇਗਾ? ਇਹਦਾ ਜਵਾਬ ਸਤਿਗੁਰੂ ਨੇ ਪਹਿਲਾਂ ਹੀ ਲਿਖਿਆ ਹੈ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ, ਜਲ ਮੈਂ ਜੰਤ ਉਪਾਏ ਕੈ, ਤਿਨਾ ਪੇ ਰੋਜੀ ਦੇ। ਸਾਨੂੰ ਇਸ ਗੱਲ ਦੀ ਚਿੰਤਾ ਕਰਨ ਦੀ ਲੋੜ ਹੀ ਨਹੀਂ ਹੈ ਵੀ ਸਾਡੀ ਰੋਜੀ ਰੋਟੀ ਦਾ ਬੰਦੋਬਸਤ ਕਿਵੇਂ ਹੋਵੇਗਾ। ਜਦੋਂ ਅਸੀਂ ਅਕਾਲ ਪੁਰਖ ਤੇ ਭਰੋਸਾ ਰੱਖ ਲਿਆ, ਜਦੋਂ ਉਸ ਵਾਹਿਗੁਰੂ ਦਾ ਨਾਮ ਜਪਣ ਲੱਗ ਪਏ ਤੇ ਫਿਰ ਪਤਾ ਕੀ ਹੋਵੇਗਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਨੇ, ਨਦੀਆਂ ਹੋਵੇ ਧੇਣਵਾ, ਸੁਮ ਹੋਵੇ ਦੁੱਧ ਕੀਓ, ਸਗਲੀ ਧਰਤੀ ਸ਼ੱਕਰ ਹੋਵੇ, ਖੁਸ਼ੀ ਕਰੇ ਨਿਤ ਜੀਓ। ਜੇ ਸਾਰੀ ਦੁਨੀਆ ਨਾਮ ਜਪਣ ਲੱਗ ਪਵੇ, ਕੰਮ ਕੋਈ ਵੀ ਨਾ ਕਰੇ, ਤਾਂ ਮਹਾਂਪੁਰਖ ਕਹਿਣ ਲੱਗੇ, ਸਤਿਗੁਰੂ ਦੀ ਬਾਣੀ ਵਿੱਚ ਇਸ ਸਵਾਲ ਦਾ ਪਹਿਲਾਂ ਹੀ ਜਵਾਬ ਲਿਖਿਆ ਹੋਇਆ ਹੈ ਕਿ ਜੇ ਸਾਰੀ ਦੁਨੀਆ ਨਾਮ ਜਪਣ ਲੱਗ ਪਵੇ, ਨਦੀਆਂ ਹੋਵੇ ਧੇਣਵਾ। ਆ ਜਿੰਨੀਆਂ ਨਦੀਆਂ ਨੇ, ਨਹਿਰਾਂ ਨੇ, ਦਰਿਆ ਨੇ, ਸਮੁੰਦਰ ਨੇ, ਇਹ ਸਾਰੇ ਦੁੱਧ ਦੇ ਵਗਣ ਲੱਗ ਜਾਣਗੇ। ਨਦੀਆਂ ਹੋਵੇ ਧੇਣਵਾ, ਸੁਮ ਹੋਵੇ ਦੁੱਧ ਕੀਓ। ਜਿੰਨੇ ਆ ਸੋਮੇ ਨੇ, ਚਸ਼ਮੇ ਹਨ, ਔਰ ਇਹ ਘਿਓ ਦੇ ਵਗਣ ਲੱਗ ਜਾਣਗੇ। ਤੀਸਰੇ ਨੰਬਰ ਤੇ ਸਤਿਗੁਰੂ ਕਹਿਣ ਲੱਗੇ, ਸਗਲੀ ਧਰਤੀ ਸ਼ੱਕਰ ਹੋਵੇ, ਤੇ ਆ ਜਿੰਨੀ ਸਾਰੀ ਧਰਤੀ ਹੈ ਮਿੱਟੀ ਸ਼ੱਕਰ ਬਣ ਜਾਵੇਗੀ, ਖੰਡ ਬਣ ਜਾਵੇਗੀ। ਖੁਸ਼ੀ ਕਰੇ ਨਿਤ ਜੀਓ, ਤੇ ਜਿੰਨਾ ਕਿਸੇ ਦਾ ਜੀ ਕਰਦਾ ਦੁੱਧ ਪੀਵੇ, ਘਿਓ ਖਾਵੇ, ਸ਼ੱਕਰ ਖਾਵੇ, ਕਿਸੇ ਗੱਲ ਦੀ ਕਮੀ ਨਹੀਂ ਰਵੇਗੀ ਜੇ ਇਸ ਪਾਸੇ ਦੁਨੀਆ ਲੱਗ ਜਾਵੇ। ਪਰ ਦੁਨੀਆ ਇਸ ਪਾਸੇ ਲੱਗਦੀ ਨਹੀਂ। ਆਹਰ ਸਭ ਕਰਦਾ ਫਿਰੈ, ਆਹਰ ਇੱਕ ਨਾ ਹੋਏ, ਨਾਨਕ ਜਿਤ ਆਹਰ ਜਗ ਉਧਰੈ, ਵਿਰਲਾ ਪਾਏ ਕੋਈ। ਜਿਸ ਉੱਤੇ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੋਵੇ, ਉਹੀ ਇਸ ਪਾਸੇ ਲੱਗਦਾ ਹੈ। ਸੇ ਸਿਮਰੈ ਜਿਸ ਆਪ ਸਿਮਰਾਏ। ਉਹੀ ਸਿਮਰਨ ਕਰਦਾ ਹੈ ਜਿਸ ਨੂੰ ਵਾਹਿਗੁਰੂ ਆਪ ਸਿਮਰਨ ਕਰਨ ਦੀ ਸ਼ਕਤੀ ਪ੍ਰਦਾਨ ਕਰੇ। ਵਰਨਾ ਜਿਹੜੇ ਹੋਰ ਕੰਮ ਨੇ, ਮਨੁੱਖ ਆਪਣੀ ਅਕਲ ਨਾਲ, ਆਪਣੀ ਸਾਇੰਸ ਨਾਲ, ਆਪਣੇ ਸਰੀਰਕ ਬਲ ਨਾਲ, ਆਪਣੇ ਹੋਰ ਕਿਸੇ ਹੀਲੇ ਵਸੀਲੇ ਦੇ ਨਾਲ ਕਰ ਸਕਦਾ ਹੈ, ਪਰ ਸਿਮਰਨ ਦੀ ਗੱਲ ਇਹ ਵਾਹਿਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ ਹੋ ਸਕਦੀ। ਇਸੇ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਜੇ ਸਾਰੀ ਦੁਨੀਆ ਵੀ ਸਿਮਰਨ ਕਰਨ ਲੱਗ ਪਵੇ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਾਲ ਕਲੇਸ਼ ਤਨ ਮਾਹੇ ਮਿਟਾਵੋ। ਸਾਡੇ ਸਾਰੇ ਦੁੱਖ ਮਿਟ ਸਕਦੇ ਨੇ, ਸਾਡੀਆਂ ਸਾਰੀਆਂ ਤਕਲੀਫਾਂ ਦੂਰ ਹੋ ਸਕਦੀਆਂ ਨੇ, ਸਾਡੇ ਸਾਰੇ ਸੰਕਟ ਦੂਰ ਹੋ ਸਕਦੇ ਨੇ ਜੇ ਅਸੀਂ ਸਿਮਰਨ ਕਰਨ ਲੱਗ ਜਾਈਏ। ਕਿਉਂਕਿ ਸਤਿਗੁਰੂ ਦੇ ਬਚਨ ਹੈ, ਜਹੇ ਹਰ ਸਿਮਰਨ ਭਇਆ, ਤਹ ਉਪਾਦ ਗਤ ਕੀਨੀ, ਵਡ ਭਾਗੀ ਹਰ ਜਪਣਾ, ਜਨ ਨਾਨਕ ਕਉ ਗੁਰ ਇਹ ਮਤ ਦੀਨੀ, ਜਪ ਹਰ ਭਵਜਲ ਤਰਨਾ। ਇਹ ਨਾਮ ਦੀ ਮਹਿਮਾ ਸਤਿਗੁਰੂ ਨੇ ਬਾਣੀ ਦੇ ਵਿੱਚ ਲਿਖੀ ਹੈ। ਧੰਨ ਹਨ ਉਹ ਗੁਰਸਿੱਖ ਮਾਈ ਭਾਈ ਜਿਹੜੇ ਇਸ ਕੀਮਤੀ ਖਜ਼ਾਨੇ ਦੀ ਸੰਭਾਲ ਕਰਦੇ ਨੇ। ਇਸ ਗੁਰਬਾਣੀ ਦੇ ਆਰੰਭ ਦੇ ਵਿੱਚ ਜਪਜੀ ਸਾਹਿਬ ਬਾਣੀ ਹੈ, ਤੇ ਜਪਜੀ ਸਾਹਿਬ ਜੀ ਦੇ ਆਰੰਭ ਦੇ ਵਿੱਚ ਸਤਿਗੁਰੂ ਨੇ ਮੂਲ ਮੰਤਰ ਲਿਖਿਆ। ਸਤਿਗੁਰੂ ਦੀ ਕਿਰਪਾ ਦੁਆਰਾ ਕੱਲ ਤੁਰਕੀ ਬਾਣੀ ਦੀ ਲੜੀਵਾਰ ਕਥਾ ਆਰੰਭ ਹੋਈ, ਜਿਸ ਦੇ ਦਰਮਿਆਨ ਆਪ ਸੰਗਤਾਂ, ਇਰਦ ਗਿਰਦ ਦੀਆਂ ਸੰਗਤਾਂ, ਹੋਰ ਕਈ ਆਪਣੇ ਪਤਵੰਤੇ ਗੁਰਸਿੱਖਾਂ ਨੇ ਹਾਜ਼ਰੀਆਂ ਭਰੀਆਂ ਅਤੇ ਉਸ ਕਥਾ ਨੂੰ ਜੋ ਕੱਲ ਆਰੰਭ ਹੋਈ ਹੈ, ਇਹਨੂੰ ਆਪਾਂ ਨਿਰੰਤਰ ਜਾਰੀ ਰੱਖਣ ਦੇ ਵਾਸਤੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸਾਂ ਬੇਨਤੀਆਂ ਕੀਤੀਆਂ ਹਨ ਤੇ ਕਰਨੀਆਂ ਵੀ ਹਨ ਤੇ ਕਰਦੇ ਰਹਿਣਾ। ਕਿਉਂਕਿ ਇਹ ਜੋ ਮਹਾਨ ਕਾਰਜ ਹੈ, ਇਹ ਗੁਰੂ ਦੀ ਕਿਰਪਾ ਤੋਂ ਬਿਨਾਂ ਕਦੇ ਵੀ ਨਹੀਂ ਪੂਰਾ ਹੋ ਸਕਦਾ। ਕਦੇ ਇਹ ਵੀ ਨਾ ਸਮਝ ਲੈਣਾ ਬਈ ਅਸੀਂ ਇਹ ਕਾਰਜ ਕਰ ਰਹੇ ਹਾਂ ਤੇ ਅਸੀਂ ਇਸ ਨੂੰ ਨੇਪਰੇ ਚੜਾਵਾਂਗੇ। ਨਹੀਂ, ਗੁਰੂ ਦੀ ਕਿਰਪਾ ਦੇ ਪਾਤਰ ਹੀ ਬਣੇ ਰਹਿਣਾ। ਸਤਿਗੁਰੂ ਦੇ ਚਰਨਾਂ ਵਿੱਚ ਇਹੀ ਅਰਦਾਸ ਕਰਨੀ ਹੈ ਕਿ हे ਸਤਿਗੁਰੂ, ਹਮਰਾ ਕੀਆ ਕਛੂ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਏ। ਵੀ ਸਾਡਾ ਕੀਤਾ ਤੇ ਕੁਝ ਵੀ ਹੋਣ ਵਾਲਾ ਨਹੀਂ।
हे वाहिगुरु जे तू किरपा करे ताही कुछ हो सकदा है। कीता करना सर्व रजाई, किश कीचा जे कर सकीए। अपना कीता किशु ना होवै, ज्यों हर पावै त्यों रखीए। जे वाहिगुरु किरपा करे ताही ਇਹ ਮਨੁੱਖ ਕੁਝ ਕਰਨ ਦੇ ਯੋਗ ਹੋ ਸਕਦਾ ਹੈ, ਵਰਨਾ ਇਹਦੇ ਹੱਥ ਵਸ ਕੁਝ ਨਹੀਂ। ਇਸਕਾ ਬਲ ਨਾਹੀ ਇਸ ਹਾਥ, ਕਰਨ ਕਰਾਵਣ ਸਰਬ ਕੋ ਨਾਥ। ਇਹ ਮਨੁੱਖ ਦਾ ਆਪਣਾ ਬਲ ਵੀ ਆਪਣੇ ਹੱਥ ਵਸ ਨਹੀਂ ਹੈ। ਸਤਿਗੁਰੂ ਦੇ ਬਚਨ ਹੈ, ਜੇ ਮਨੁੱਖ ਦੇ ਹੱਥ ਵਿੱਚ ਕੁਝ ਹੋਵੇ, ਅਣਜਾਣਤ ਵਿਖਿਆ ਮੈਂ ਰਚੈ, ਜੇ ਜਾਣਤ ਆਪਣ ਆਪ ਬਚੈ। ਇਹ ਮਨੁੱਖ ਸਾਰੀ ਗੱਲ ਨੂੰ ਜਾਣਦਾ ਬੁੱਝਦਾ ਕੁਰੇ ਤਾਂ ਕਰ ਰਿਹਾ ਹੈ, ਵਿਸ਼ੇ ਵਿਕਾਰਾਂ ਦੇ ਵਿੱਚ ਖਚਿਤ ਹੋ ਰਿਹਾ ਹੈ, ਬੁਰੇ ਕੰਮ ਕਰ ਰਿਹਾ ਹੈ। ਜੇ ਮਨੁੱਖ ਦੇ ਵਿੱਚ ਤਾਕਤ ਹੈ ਤੇ ਬਚ ਕੇ ਦੇਖ ਲਵੇ। ਇਸ ਲਈ ਚਾਹੁੰਦਿਆਂ ਹੋਇਆਂ ਵੀ ਮਨੁੱਖ ਮਾੜੇ ਕਰਮਾਂ ਤੋਂ ਬਚ ਨਹੀਂ ਸਕਦਾ। ਇੱਥੋਂ ਇਹ ਪਤਾ ਲੱਗਦਾ ਇਸਕਾ ਬਲ ਨਾਹੀ ਇਸ ਹਾਥ। ਇਹ ਮਨੁੱਖ ਦੀ ਤਾਕਤ ਮਨੁੱਖ ਦੇ ਆਪਣੇ ਹੱਥ ਵਸ ਨਹੀਂ ਹੈ। ਵਾਹਿਗੁਰੂ ਪਰਮੇਸ਼ਰੀ ਕਿਰਪਾ ਕਰੇ ਤਾਂ ਹੀ ਕੁਝ ਹੋ ਸਕਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਿੱਥੇ ਜਪਜੀ ਸਾਹਿਬ ਬਾਣੀ ਉਚਾਰਨ ਕੀਤੀ, ਉੱਥੇ ਨਾਲ ਹੀ ਮੂਲ ਮੰਤਰ ਵੀ ਸਤਿਗੁਰੂ ਮਹਾਰਾਜ ਨੇ ਸਾਨੂੰ ਬਖਸ਼ਿਸ਼ ਕੀਤਾ। ਜਿੱਥੋਂ ਤੱਕ ਇਤਿਹਾਸਕ ਪੱਖ ਦਾ ਸੰਬੰਧ ਹੈ, ਆਪ ਸੰਗਤਾਂ ਨੇ ਕੱਲ ਵਿਚਾਰ ਸਰਵਣ ਕੀਤੀ ਸੀ ਬਈ ਇਹ ਜਿਹੜਾ ਇੱਕ ਓਂਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਮਹਾ ਮੰਤਰ ਹੈ, ਇਹ ਅਕਾਲ ਪੁਰਖ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੂੰ ਬਖਸ਼ਿਸ਼ ਕੀਤਾ। ਉਸ ਤੋਂ ਅੱਗੇ ਜਪ ਆਦ ਸੱਚ, ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਇਹ ਜਿਹੜਾ ਜਪ ਸ਼ਬਦ ਹੈ, ਇਹ ਬਾਣੀ ਦਾ ਸਿਰਲੇਖ ਹੈ। ਇਹਦੇ ਆਰੰਭ ਦੇ ਵਿੱਚ ਇਹ ਇੱਕ ਸ਼ਲੋਕ ਹੈ, ਆਦ ਸੱਚ ਜੁਗਾਦ ਸੱਚ। ਇਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਰਚਨਾ ਹੈ। ਜਦੋਂ ਮਹਾ ਮੰਤਰ ਤੇ ਜਪ ਸ਼ਬਦ ਤੋਂ ਅਗਲਾ ਸ਼ਲੋਕ ਪੜ੍ਹਦੇ ਹਾਂ ਤਾਂ ਫਿਰ ਇਸ ਦਾ ਪੁਰਾਤਨ ਸੰਪਰਦਾਵਾਂ ਤੇ ਜਨਮ ਸਾਖੀਆਂ ਦੇ ਮੁਤਾਬਕ ਮੂਲ ਮੰਤਰ ਦਾ ਪੂਰਨ ਸਰੂਪ ਬਣਦਾ ਹੈ। ਸੋ ਆਪ ਸੰਗਤਾਂ ਨੇ ਮੂਲ ਮੰਤਰ ਦੇ ਜਿਹੜੇ ਸੰਖੇਪ ਅਰਥ ਕੱਲ ਸਰਵਣ ਕੀਤੇ ਸਨ, ਤੇ ਹੁਣ ਕੁਝ ਵਿਸ਼ੇਸ਼ ਤੇ ਵਿਸਤਾਰ ਸਹਿਤ ਮੂਲ ਮੰਤਰ ਦੇ ਅਰਥ ਸਰਵਣ ਕਰੋ।